गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतपुरानी गुरबाणी गुरु विच जो आपां नूं उपदेश दिता है, गुरु नानक देव जी महाराज सच्चे पातशाह ने आने वाला समा देखते हुए सानू दसिया भी जे कलयुग के समय दे विच जीव सत्संगत नहीं करनगे, सिमरन अभ्यास नहीं करनगे, जिहड़ा आने वाला समा है उन्हां दे जिहड़े दिमागी संतुलन ने वो बिगड़ जाणगे। मन का संतुलन भी बिगड़िया ते तन का भी बिगड़ जाएगा। हुण जदों जीवां का संतुलन बिगड़ जाएगा, मन दे विच इन्ने विचार प्रबल हो जाणगे, चिंता फिकर सैंसी कि उन्हां नूं नींद नहीं आएगी। विचार इन्ने हावी हो जाणगे, नींद ना आउण करके उन्हां दे दिमागी सैल ने जिहड़े वो कमज़ोर हो जाणगे। दिन रात उन्हां दे अंदर फिर विचार पवने लगातार चली जाणगे। फिर इहदे वास्ते वो डॉक्टरां पास जाणगे भी इन्हां नूं किवें ना किवें नींद आवे।
ਉਹਦੇ ਵਾਸਤੇ ਫਿਰ ਉਹ ਦਵਾਈਆਂ ਖਾਣਗੇ, ਟੀਕੇ ਲਵਾਉਣਗੇ, ਪਰ ਫਿਰ ਵੀ ਉਹਨਾਂ ਦਾ ਜਿਹੜਾ ਮਨ ਹੈ ਉਹ ਮਨ ਨੂੰ ਸ਼ਾਂਤੀ ਨਹੀਂ ਆਏਗੀ। ਮਨ ਹੈ ਜਿਹੜਾ ਉਹ ਨਹੀਂ ਸਹਿਜ ਵਿੱਚ ਜਾਏਗਾ। ਤਨ ਨੂੰ ਤਾਂ ਕੁਝ ਸਮਾਂ ਦਵਾਈਆਂ ਲੈ ਕੇ ਉਹ ਸੁੰਨ ਕਰ ਦੇਣਗੇ, ਪਰ ਜਿਹੜਾ ਮਨ ਹੈ ਉਹਦੇ ਅੰਦਰ ਵਿਚਾਰ ਭਾਵਨੇ ਉਵੇਂ ਚੱਲੀ ਜਾਣਗੇ। ਸੋ ਆਉਣ ਵਾਲਾ ਸਮਾਂ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਸਾਨੂੰ ਇਹ ਸਮਝਾਉਣਾ ਸ਼ੁਰੂ ਕੀਤਾ ਬਈ ਇਹ ਸਾਡੇ ਜੋ ਮਨਾਂ ਦਾ ਸੰਤੁਲਨ ਨਾ ਵਿਗੜੇ, ਉਹਦੇ ਵਾਸਤੇ ਫਿਰ ਇਹ ਸਥਾਨ ਬਣਾਏ ਗੁਰੂ ਘਰ, ਉਹਦੇ ਵਾਸਤੇ ਇਹਦੇ ਸਕੂਲ ਖੋਲ੍ਹੇ ਗਏ ਜਿਨ੍ਹਾਂ ਨੂੰ ਸਤਿਗੁਰ ਦਾ ਸਕੂਲ ਆਖਿਆ, ਸਤ ਸੰਗਤ, ਤਾਂ ਕਿ ਸਾਡੇ ਜੋ ਮਨ ਨੇ ਉਹ ਸਹਿਜ ਵਿੱਚ ਰਹਿਣ, ਉਹ ਸੁਖੀ ਰਹਿਣ, ਇਹਨਾਂ ਦਾ ਸੰਤੁਲਨ ਵਿਗੜੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਬਈ ਕੋਈ ਸ਼ਾਸਤਰਾਂ ਨੂੰ, ਵੇਦਾਂ ਨੂੰ, ਗੁਰਬਾਣੀ ਨੂੰ ਜੀ ਮੰਨਣਗੇ ਨਹੀਂ, ਆਪੋ ਆਪਣੀ ਮੱਤ ਦੁਆਰਾ ਉਹ ਪੂਜਾ ਸ਼ੁਰੂ ਕਰ ਦੇਣਗੇ, ਕੋਈ ਇਹਨਾਂ ਦੀ ਗੱਲ ਮੰਨੇਗਾ ਨਹੀਂ। ਮਹਾਰਾਜ ਕਹਿੰਦੇ ਸ਼ਾਸਤ ਵੇਦ ਨ ਮੰਨੇ ਕੋਈ, ਆਪੋ ਆਪੇ ਪੂਜਾ ਹੋਈ। ਬਈ ਜਿਵੇਂ ਗੁਰਬਾਣੀ ਗੁਰੂ ਕਹਿਣਗੇ ਤੁਸੀਂ ਇਸ ਤਰ੍ਹਾਂ ਸਿਮਰਨ ਕਰੋ, ਉਵੇਂ ਨਹੀਂ ਕਰਨਗੇ, ਆਪਦੀ ਮੱਤ ਦੁਆਰਾ ਕਰਨਗੇ, ਆਪਦੀ ਮੱਤ ਵਰਤਣਗੇ। ਹੁਣ ਆਪਦੀ ਮੱਤ ਜੀਵ ਜਦੋਂ ਵਰਤਦਾ ਉਹਦਾ ਸੰਤੁਲਨ ਵਿਗੜ ਜਾਂਦਾ ਹੈ। ਫਿਰ ਉਹਦਾ ਜਿਹੜਾ ਦਿਮਾਗ ਹੈ ਇਹ ਦਿਮਾਗੀ ਸੰਤੁਲਨ ਵੀ ਵਿਗੜ ਜਾਂਦਾ ਹੈ, ਅਤੇ ਮਨ ਦਾ ਸੰਤੁਲਨ ਤਾਂ ਪਹਿਲਾਂ ਹੀ ਵਿਗੜਿਆ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਆਉਣ ਵਾਲਾ ਸਮਾਂ ਜਿਹੜਾ ਇੱਦਾਂ ਦਾ ਹੋਏਗਾ, ਅਤੇ ਉਹ ਆਪਾਂ ਦੇਖਦੇ ਹਾਂ ਸੰਸਾਰ 'ਚ ਜੀਵ ਕੋਲ ਧਨ ਦੌਲਤ ਬਹੁਤ ਹੈ, ਸੰਸਾਰ ਦੀਆਂ ਸੁੱਖ ਸਹੂਲਤਾਂ ਸਾਰੀਆਂ ਨੇ, ਪਰ ਫਿਰ ਵੀ ਉਹਨਾਂ ਜੀਵਨ ਨੂੰ ਨੀਂਦ ਆਉਂਦੀ ਨਹੀਂ। ਨੀਂਦ ਨਾ ਆਉਣ ਦਾ ਕਾਰਨ ਹੈ ਵਿਚਾਰ ਫੁਰਨੇ। ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹਦੇ ਵਾਸਤੇ ਸਾਨੂੰ ਦਵਾਈ ਨਾਲੋਂ ਸਾਨੂੰ ਗੁਰੂ ਦੀ ਮੱਤ ਦੀ ਲੋੜ ਹੈ। ਸਾਨੂੰ ਸਤਿਗੁਰਾਂ ਪਾਸ ਆ ਕੇ, ਸਤ ਸੰਗਤ ਦੇ ਵਿੱਚ ਆ ਕੇ ਇਹ ਭੇਤ ਲੈਣਾ ਚਾਹੀਦਾ ਹੈ ਕਿ ਸਾਨੂੰ ਕਿਉਂ ਨਹੀਂ ਨੀਂਦ ਆਉਂਦੀ, ਕਿਉਂ ਸਾਡਾ ਸੰਤੁਲਨ ਵਿਗੜੇ। ਫਿਰ ਇਹੋ ਭੇਦ ਸਾਨੂੰ ਇਹ ਸਤਸੰਗ 'ਚ ਦਿੱਤਾ ਜਾਂਦਾ, ਬਾਹਰੀ ਹੋਰ ਸਾਨੂੰ ਇਹ ਗਿਆਨ ਨਹੀਂ ਮਿਲਦਾ ਕਿਤੋਂ, ਸੰਸਾਰ ਦੇ ਵਿੱਚੋਂ ਸਾਨੂੰ ਇਹ ਗਿਆਨ ਨਹੀਂ ਮਿਲਦਾ। ਆਪਾਂ ਨੂੰ ਫਿਰ ਇਸ ਲਈ ਕਹਿੰਦੇ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ ਫਿਰ ਆਪਾਂ ਨੂੰ ਦੱਸਦੇ ਵੀ ਤੁਸੀਂ ਸਿਮਰਨ ਕਰੋ। ਜਦੋਂ ਹੁਣ ਇਹ ਆਪਾਂ ਸਿਮਰਨ ਕਰਾਂਗੇ ਸਾਡੇ ਮਨ ਦਾ ਸੰਤੁਲਨ ਵੀ ਠੀਕ ਹੋ ਜਾਏਗਾ ਅਤੇ ਸਾਡੇ ਤਨ ਦਾ ਸੰਤੁਲਨ ਵੀ ਠੀਕ ਹੋ ਜਾਏਗਾ। ਇਸੇ ਕਰਕੇ ਸਾਡੇ ਜੀਵਾਂ ਦੀ ਸੰਸਾਰ ਦੇ ਵਿੱਚ ਹਾਲਤ ਦੇਖਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਾਨੂੰ ਸਮਝਾਉਣਾ ਹੀ ਇੱਥੋਂ ਸ਼ੁਰੂ ਕੀਤਾ ਬਈ ਇਹਨਾਂ ਦੇ ਮਨਾਂ 'ਚ ਕਲੇਸ਼ ਹੋਏਗਾ, ਇਹਨਾਂ ਦੇ ਤਨ ਦਾ ਸੰਤੁਲਨ ਵੀ ਵਿਗੜ ਜਾਏਗਾ, ਤਨ 'ਚ ਵੀ ਕਲੇਸ਼ ਆ ਜਾਏਗਾ। ਇਸ ਨੂੰ ਕਿਵੇਂ ਖਤਮ ਕਰਨਾ, ਉਹਦੇ ਵਾਸਤੇ ਫਿਰ ਸਾਨੂੰ ਸਿਮਰਨ ਕਹਿੰਦੇ। ਮਹਾਰਾਜ ਫਰਮਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਵੀ ਜੇ ਤੁਸੀਂ ਸਿਮਰਨ ਕਰੋ ਤੁਹਾਡਾ ਇਹ ਕਲਾ ਕਲੇਸ਼, ਤੁਹਾਡੇ ਮਨ ਦਾ ਸੰਤੁਲਨ ਠੀਕ ਹੋ ਸਕਦਾ। ਹੁਣ ਜੀਵ ਜਦ ਤੱਕ ਸਤ ਸੰਗਤ ਦੇ ਵਿੱਚ ਆਉਂਦਾ ਨਹੀਂ,
ਉਹਨੂੰ ਇਸ ਸਿਮਰਨ ਦੀ ਅਹਿਮੀਅਤ ਦਾ ਪਤਾ ਨਹੀਂ। ਉਹ ਕਹਿੰਦਾ ਹੈ ਵੀ ਮੈਂ ਤਾਂ ਗੁਰਬਾਣੀ ਪੜ੍ਹਦਾ, ਮੈਂ ਤਾਂ ਬਹੁਤ ਬਾਣੀ ਪੜ੍ਹਦਾ, ਮੈਂ ਤਾਂ ਬਹੁਤ ਗੁਰੂ ਘਰ ਜਾਂਦਾ। ਉਹ ਸਮਝਦਾ ਵੀ ਸਿਮਰਨ ਵੀ ਉਹ ਜੀਵ ਕਰੇ ਜਿਹਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ। ਸਿਮਰਨ ਉਹ ਕਰੇ ਜਿਹੜਾ ਅਨਪੜ੍ਹ ਹੈ, ਉਹਦੇ ਅੰਦਰ ਹਉਮੈ ਹੋਣ ਕਰਕੇ ਉਹ ਕਹਿੰਦਾ ਵੀ ਮੈਂ ਤਾਂ ਪੜ੍ਹਿਆ ਲਿਖਿਆ, ਮੈਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ। ਅਤੇ ਸੰਸਾਰ ਦੇ ਵਿੱਚ ਬਹੁਤੇ ਜੀਵ ਭਰਮ ਪਾਉਣ ਵਾਸਤੇ ਗਿਆਨ ਵੀ ਇਹੋ ਦਿੰਦੇ ਕਿ ਵਾਹਿਗੁਰੂ। ਆਮ ਜੀਵ ਕਹਿ ਦਿੰਦੇ ਵੀ ਜੇ ਤੂੰ ਅਨਪੜ੍ਹ ਹੈ, ਤੂੰ ਪੜ੍ਹਿਆ ਲਿਖਿਆ ਨਹੀਂ, ਤੂੰ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ। ਅਤੇ ਜੇ ਤੂੰ ਪੜ੍ਹਿਆ ਲਿਖਿਆ ਫਿਰ ਤੂੰ ਗੁਰਬਾਣੀ ਪੜ੍ਹ, ਫਿਰ ਤੈਨੂੰ ਵਾਹਿਗੁਰੂ ਕਰਨ ਦੀ ਲੋੜ ਨਹੀਂ। ਉਹ ਜੀਵਾਂ ਦੀ ਇਹ ਵਿਚਾਰਧਾਰਾ ਬਣ ਗਈ ਸੰਸਾਰ 'ਚ। ਉਹ ਸਮਝਦੇ ਵੀ ਵਾਹਿਗੁਰੂ ਵਾਹਿਗੁਰੂ ਉਹ ਕਰਨ ਜਿਹੜੇ ਅਨਪੜ੍ਹ ਨੇ, ਬਈ ਅਸੀਂ ਤਾਂ ਪੜ੍ਹੇ ਲਿਖੇ ਹਾਂ, ਸਾਨੂੰ ਵਾਹਿਗੁਰੂ ਕਰਨ ਦੀ ਕੀ ਲੋੜ ਹੈ। ਹੁਣ ਜੀਵ ਨੂੰ ਇਹ ਨਹੀਂ ਪਤਾ ਕਿ ਜਦ ਤੱਕ ਅਸੀਂ ਵਾਹਿਗੁਰੂ ਕਰਦੇ ਨਹੀਂ, ਜਦ ਤੱਕ ਅਸੀਂ ਸਿਮਰਨ ਕਰਦੇ ਨਹੀਂ, ਗੁਰਬਾਣੀ ਪੜ੍ਹਦੇ ਵੀ ਸਾਡਾ ਮਨ ਨਹੀਂ ਟਿਕਦਾ, ਸਾਡੇ ਅੰਦਰ ਬਦਲਾਅ ਨਹੀਂ ਆਉਂਦਾ। ਜਦ ਤੱਕ ਜੀਵ ਸਿਮਰਨ ਕਰੇਗਾ ਨਹੀਂ, ਗੁਰਬਾਣੀ ਪੜ੍ਹਦੇ ਵੀ ਉਹਦਾ ਮਨ ਨਹੀਂ ਟਿਕੇਗਾ। ਗੁਰਬਾਣੀ ਦੀ ਉਹਨੂੰ ਸਮਝ ਕੋਈ ਨਹੀਂ ਲੱਗੇਗੀ, ਪੜ੍ਹੀ ਜਾਏਗਾ ਪਰ ਪੜ੍ਹਦੇ ਹੋਏ ਵੀ ਮਨ ਨੂੰ ਸ਼ਾਂਤੀ ਨਹੀਂ ਆਏਗੀ, ਮਨ ਨੂੰ ਸੁੱਖ ਨਹੀਂ ਮਿਲੇਗਾ। ਮਨ ਦਾ ਜਿਹੜਾ ਸੰਤੁਲਨ ਉਹ ਵਿਗੜਿਆ ਹੀ ਰਹੇਗਾ। ਸੋ ਇਸ ਵਾਸਤੇ ਫਿਰ ਸਾਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਕੀ ਪੜ੍ਹਦੇ ਹੋ, ਕੀ ਤੁਸੀਂ ਗਾਉਂਦੇ ਹੋ। ਜੇ ਤੁਹਾਡਾ ਮਨ ਸਹਿਜ ਵਿੱਚ ਨਹੀਂ ਗਿਆ, ਤੁਹਾਡੇ ਅੰਦਰ ਸੁੱਖ ਸ਼ਾਂਤੀ ਦਾ ਹੀ ਨਹੀਂ ਹੈ। ਮਹਾਰਾਜ ਫਰਮਾਉਂਦੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਗਿਆ ਹੋਈ, ਜੋ ਸਹਿਜ ਨ ਮਿਲੇ ਉਹ ਸੋਈ। ਬਈ ਫਿਰ ਤੁਸੀਂ ਪੜ੍ਹਦੇ ਹੋ, ਕੀ ਪੜ੍ਹਦੇ ਹੋ। ਕਿਸੇ ਜੀਵ ਨੂੰ ਦੇਖੋ ਪੜ੍ਹਦੇ ਨੂੰ ਕਿੰਨੇ ਸਾਲ ਹੋ ਗਏ, ਕਿੰਨੀ ਉਮਰ ਲੰਘ ਗਈ, ਅਤੇ ਉਹਨੂੰ ਪੁੱਛੋ ਵੀ ਤੇਰੇ ਅੰਦਰ ਸਹਿਜ ਆਇਆ। ਸਹਿਜ ਦਾ ਉਹਨੂੰ ਪਤਾ ਕੋਈ ਨਹੀਂ ਵੀ ਸਹਿਜ ਕਹਿੰਦੇ ਕਿਹਨੂੰ। ਮੁੱਖ ਦੇ ਵਿੱਚੋਂ ਫਿੱਕਾ ਬੋਲਦਾ, ਮਾੜੇ ਵਚਨ ਬੋਲਦਾ, ਮੁੱਖ 'ਚੋਂ ਅੱਗ ਕੱਢਦਾ। ਸੋ ਉੱਥੋਂ ਪਤਾ ਲੱਗਦਾ ਵੀ ਇਹਦਾ ਮਨ ਤਾਂ ਸ਼ੁੱਧ ਹੋਇਆ ਨਹੀਂ, ਮਨ ਤਾਂ ਸਾਫ਼ ਹੋਇਆ ਨਹੀਂ। ਮਨ ਦੇ ਵਿੱਚ ਤਾਂ ਉਹੀਓ ਸਾਰਾ ਕੁਛ ਵੈਰ ਵਿਰੋਧ ਭਰਿਆ ਹੋਇਆ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਜਿਹੜਾ ਅਸੀਂ ਸਿਮਰਨ ਕਰਨਾ ਹੈ, ਇਹ ਸਿਮਰਨ ਇਸ ਕਰਕੇ ਕਰਨਾ ਤਾਂ ਕਿ ਸਾਡਾ ਮਨ ਸਾਫ਼ ਹੋਵੇ, ਸਾਡਾ ਮਨ ਸ਼ੁੱਧ ਹੋ ਜੇ, ਸਾਡੇ ਮਨ ਦੀ ਮੈਲ ਉਤਰ ਜੇ, ਸਾਡੇ ਅੰਦਰ ਜਿਹੜਾ ਇਹ ਕਲਾ ਕਲੇਸ਼ ਹੈ, ਜੋ ਸਾਨੂੰ ਗੁੱਸਾ ਆਉਂਦਾ, ਇਹ ਸਾਡਾ ਗੁੱਸਾ ਖਤਮ ਹੋ ਜੇ। ਜੋ ਸਾਡਾ ਮਨ ਹੈ ਸੈਂਸੇ ਫਿਕਰਾਂ 'ਚ ਜਾਂਦਾ, ਚੇਤਨਾਵਾਂ 'ਚ ਜਾਂਦਾ, ਇਹ ਵੈਰ ਵਿਰੋਧ 'ਚ ਜਾਂਦਾ, ਇਹ ਸਾਡਾ ਸਾਰਾ ਕੁਝ ਖਤਮ ਹੋ ਜੇ। ਹੁਣ ਇਹ ਹੋਏਗਾ ਤਾਂ ਹੀ ਜੇ ਅਸੀਂ ਗੁਰੂ ਦੀ ਮੱਤ ਦੁਆਰਾ ਕਰਾਂਗੇ। ਜੇ ਅਸੀਂ ਆਪਦੀ ਮੱਤ ਵਰਤਾਂਗੇ, ਚਾਹੇ ਜੀਵ ਸਾਰੀ ਉਮਰ ਲੱਗਿਆ ਰਹੇ, ਉਹਦੇ ਅੰਦਰ ਬਦਲਾਅ ਨਹੀਂ ਆਉਂਦਾ। ਆਪਦੀ ਮੱਤ ਦੁਆਰਾ ਜੀਵ ਕਿੰਨਾ ਵੀ ਸਿਆਣਾ ਹੋ ਜੇ, ਕਿੰਨੀ ਵੀ ਸਿਆਣਪ ਵਰਤ ਲਏ, ਕਿੰਨਾ ਵੀ ਚਤਰ ਬੁੱਧੀ ਵਾਲਾ ਹੋ ਜੇ, ਜਦ ਤੱਕ ਉਹ ਗੁਰੂ ਦੀ ਮੱਤ ਨਹੀਂ ਲੈਂਦਾ, ਉਹਨਾਂ ਸਮਾਂ ਉਹ ਇਹ ਭਵ ਸਾਗਰ ਤੋਂ ਤਰ ਨਹੀਂ ਸਕਦਾ, ਉਹਦੇ ਵਿੱਚ ਡੁੱਬ ਜਾਂਦਾ। ਇਸ ਲਈ ਮਹਾਰਾਜ ਫਰਮਾਉਂਦੇ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਵੀ ਆਪਦੀ ਸਿਆਣਪ ਵਰਤਦਾ ਕਰਕੇ ਜੀਵ ਫਿਰ ਇੱਥੇ ਡੁੱਬਦਾ ਹੈ। ਡੁੱਬਦਾ ਕਿਵੇਂ? ਦੁਬਦਾ 'ਚ ਪਿਆ ਹੋਏ, ਵੈਰ ਵਿਰੋਧ 'ਚ ਪਿਆ ਹੋਏ। ਹੁਣ ਦੁਬਦਾ 'ਚ ਪਿਆ ਹੋਇਆ ਜੀਵ ਆਪਣੇ ਆਪ ਨੂੰ ਚੀਨਦਾ, ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦਾ।
ਆਪਦਾ ਆਪਾ ਵਿਚਾਰਦਾ ਨਹੀਂ ਹੈ। ਦੌਦਾ 'ਚ ਪਿਆ ਹੋਇਆ ਇਹ ਭਵ ਸਾਗਰ ਦੇ ਵਿੱਚ ਡੁੱਬਦਾ ਤੇ ਜਮ ਮਰਦਾ। ਮਾਰੇ ਫਰਮਾਉਂਦੇ ਬਿਨ ਸ਼ਬਦੇ ਭਵ ਜਲ ਕਿਉਂ ਤਰੀਏ, ਬਿਨ ਸ਼ਬਦੇ ਜਗ ਰੋਗ ਪਿਆ ਪਿਆ, ਦੌਦਾ ਡੁੱਬ ਡੁੱਬ ਮਰੀਏ। ਇਹ ਸ਼ਬਦ ਤੋਂ ਬਿਨਾ, ਨਾਮ ਤੋਂ ਬਿਨਾ ਜੀਵਨ ਦੇ ਮਨ ਨੂੰ ਇਹ ਰੋਗ ਵਿਆਪਦੇ, ਇਹ ਰੋਗ ਲੱਗੇ। ਦੌਦਾ ਦਾ ਰੋਗ ਲੱਗਿਆ ਤੇ ਇਹ ਦੌਦਾ ਕਰਕੇ ਡੁੱਬ ਡੁੱਬ ਮਰ ਬਾਬਾ ਸਕਾਰਾਂ ਦੇ ਵਿੱਚ ਜਾਂਦੇ। ਹੁਣ ਇਹ ਜਿਹੜੀ ਦੌਦਾ ਗੁਰਬਾਣੀ ਗੁਰੂ ਜੀ ਨੂੰ ਬੌੜੀ ਕਹਿੰਦੇ, ਕਮਲੀ, ਜਿਹੜੇ ਮਨ ਨੂੰ ਚੁੰਬੜ ਜਾਂਦੀ ਉਹਨੂੰ ਵੀ ਬੌੜਾ ਕਰ ਦਿੰਦੀ, ਉਹਨੂੰ ਵੀ ਕਮਲਾ ਕਰ ਦਿੰਦੀ। ਮਹਾਰਾਜ ਕਹਿੰਦੇ ਦੌਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਿਬਟ ਰਹੀ ਫਨ ਬੰਧ ਨਾ ਪਾਇਆ। ਹੁਣ ਦੌਦਾ 'ਚ ਪਿਆ ਹੋਇਆ ਜੀਵ ਫਿਰ ਉਹ ਦੂਸਰਿਆਂ ਦੇ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ, ਦੂਸਰਿਆਂ ਦੇ ਔਗਣ ਦੇਖਣਾ ਸ਼ੁਰੂ ਕਰ ਦਿੰਦਾ, ਉਹਨਾਂ ਦੇ ਨਾਲ ਈਰਖਾ ਨਫ਼ਰਤ ਖੜੀ ਕਰ ਲੈਂਦਾ। ਦੌਦਾ 'ਚ ਪਿਆ ਹੋਇਆ ਜੀਵ ਮਰਨਾ ਭੁੱਲ ਜਾਂਦਾ, ਉਹਨੂੰ ਮਰਨਾ ਵਿਸਰ ਜਾਂਦਾ। ਜਦੋਂ ਸਾਨੂੰ ਮਰਨਾ ਵਿਸਰ ਜਾਂਦਾ ਫਿਰ ਅਸੀਂ ਦੌਦਾ 'ਚ ਪੈ ਗਏ ਜੀਵਨ ਦੀ ਬਾਜੀ ਨੂੰ ਹਾਰਦੇ। ਜਦੋਂ ਹਾਰ ਜਾਂਦੇ ਵਾਪਸ ਫਿਰ ਜੂਨਾਂ 'ਚ ਚਲੇ ਜਾਂਦੇ, ਫਿਰ ਸਾਨੂੰ ਰੋਣਾ ਪੈਂਦਾ, ਫਿਰ ਪਛਤਾਉਂਦੇ ਬਈ ਇੰਨੇ ਸਮੇਂ ਬਾਅਦ ਮਾਨਸ ਜਾਮਾ ਮਿਲੇ ਅਸੀਂ, ਉਹ ਵੀ ਦੌਦਾ 'ਚ ਪੈ ਕੇ ਸਾਰਾ ਬਰਬਾਦ ਕਰ ਲਿਆ, ਸਾਰਾ ਖਰਾਬ ਕਰ ਲਿਆ। ਮਾਰੇ ਫਰਮਾਉਂਦੇ ਮਰਨ ਲਖਾਈ ਮੰਡਲ ਮੇਂ ਆਈ, ਜਨਮ ਪਦਾਰਥ ਦੁਖਦਾ ਖੋਵੇ, ਆਪ ਨ ਚੀਨਸ ਭਰਮ ਭਰਮ ਰੋਵੇ। ਦੌਦਾ ਵਿੱਚ ਪਿਆ ਹੋਇਆ ਜੀਵ ਭਰਮ ਦੇ ਵਿੱਚ ਇਹ ਜੀਵਨ ਦੀ ਬਾਜੀ ਨੂੰ ਹਾਰਦਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਇਹ ਦੌਦਾ ਨੂੰ ਛੱਡੋ। ਜਿਨ੍ਹਾਂ ਨੇ ਦੌਦਾ ਨੂੰ ਛੱਡ ਦਿੱਤਾ ਉਹਨਾਂ ਨੂੰ ਗੁਰਬਾਣੀ 'ਚ ਕਹਿੰਦੇ ਬਈ ਇਹ ਸੂਰਮੇ, ਬਈ ਇਹ ਪੂਰੇ ਨੇ। ਮਾਰੇ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਐਸਾ ਕੋਈ ਜੋ ਦੌਦਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਹੁਣ ਜਿਆਦਾ ਕਿ ਅਸੀਂ ਇਹ ਦੌਦਾ ਮਾਰਦੇ ਨਹੀਂ, ਉਹਨਾਂ ਸਮਾਂ ਜੀਵ ਕਿੰਨੇ ਜਪ ਤਪ ਕਰਦਾ ਰਹੇ, ਕਿੰਨੇ ਤੀਰਥਾਂ ਤੇ ਚਲਾ ਜਾਵੇ, ਚਾਹੇ ਅਸੀਂ ਸਾਰੀ ਉਮਰ ਲੱਗੇ ਰਹੀਏ ਜਪ ਤਪ ਕਰਨ, ਉਹ ਸਾਡੇ ਕਿਸੇ ਥਾਈ ਪੈਂਦੇ ਨਹੀਂ ਹੈ ਜਦ ਤੱਕ ਅਸੀਂ ਇਹ ਦੌਦਾ ਨੂੰ ਮਾਰਦੇ ਨਹੀਂ। ਮਾਰੇ ਕਹਿੰਦੇ ਇਸ ਮਾਰੀ ਬਿਨ ਠਾਏ ਨਾ ਪਰੇ, ਕੋਟ ਕਰਮ ਜਪ ਤਪ ਕਰੀ। ਬਈ ਜਾ ਕੇ ਦੌਦਾ ਇਹਨੂੰ ਮਾਰੇ ਤੋਂ ਬਿਨਾਂ ਸਾਡੇ ਕਿਸੇ ਥਾਈ ਪੈਂਦੇ, ਚਾਹੇ ਅਸੀਂ ਕਰੋੜਾਂ ਜਪ ਤਪ ਕਰੀ ਜਾਈਏ। ਹੁਣ ਇਹੋ ਕਾਰਨ ਹੈ ਜੀਵ ਦੌਦਾ ਵਸ ਹੋਣ ਕਰਕੇ ਉਹ ਸਾਰੀ ਉਮਰ ਲੱਗਾ ਰਹਿੰਦਾ, ਗੁਰੂ ਘਰ ਵੀ ਆਉਂਦਾ, ਗੁਰਬਾਣੀ ਵੀ ਪੜ੍ਹਦਾ, ਹੋਰ ਵੀ ਤੀਰਥਾਂ ਤੇ ਜਾਂਦਾ, ਸੇਵਾ ਵੀ ਕਰਦਾ, ਪੁੰਨ ਦਾਨ ਬਥੇਰੇ ਕਰਦਾ, ਪਰ ਉਹ ਦੌਦਾ ਨਹੀਂ ਛੱਡਦਾ, ਵੈਰ ਵਿਰੋਧ ਛੱਡਦਾ ਕੋਈ। ਤੇ ਮਾਰੇ ਕਹਿੰਦੇ ਇਹ ਸਭ ਕੀਤੇ ਹੋਏ ਫਿਰ ਥਾਈ ਪੈਂਦੇ ਜਦ ਤੱਕ ਉਹਦੇ ਅੰਦਰ ਦੌਦਾ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਬਈ ਜਿਨ੍ਹਾਂ ਦੇ ਫਿਰ ਗੁਰੂ ਨੇ ਕਿਰਪਾ ਕੀਤੀ ਉਹਨਾਂ ਦੀ ਇਹ ਦੌਦਾ ਖਤਮ ਹੋ ਜਾਂਦੀ, ਤੇ ਜਿਨ੍ਹਾਂ ਦੀ ਦੌਦਾ ਖਤਮ ਹੋ ਗਈ
फिर वो ब्रह्म की विचार करते, वो सच की, वो एक की विचार करते। मारे कहते गुर दुबदा जा की है मारी, कहो नानक सो ब्रह्म विचारी। भी जेड़े गुरु की शरण च चले गए, आपदी मत छड्डती, गुरु ने कृपा करके उन्हां चों आपदी मत छड्डा के उन्हां दे अंदरों जिहड़ी दुबदा सी उहनूं मार दिता, ते फिर वो ब्रह्म की विचार करते। ब्रह्म की सच परमात्मा निरंकार। इसलिए फिर ये दुबदा साडे अंदरों खत्म होंदी जदों असीं संग करते संतां दा, साधुआं दा। वो फिर सानू समझाउंदे, वो सानू ज्ञान दिंदे, सोझी दिंदे, फिर साडे अंदरों दुबदा वैर विरोध खत्म होंदी। ताइयों महाराज सानू समझाउंदे भी जिन्हां नूं फिर साधु जनां दा संग हो जाता, उन्हां दे अंदरों दुबदा खत्म हो जाती, फिर वो ब्रह्म की विचार करते। महाराज कहते जिन को साधु संग, नाम हर रंग, तिन्नी ब्रह्म विचारिया जी। ब्रह्म की है? ब्रह्म कहते सच नूं, वाहिगुरु परमात्मा नूं ब्रह्म आखिए। ये जो सारी गुरबाणी 1430 अंग, ये ब्रह्म का ज्ञान है। हुण जद तक साडे अंदर दुबदा है, उन्ना समा सानू ये ब्रह्म के ज्ञान की समझ आउंदी। जिन्ना समा साडे अंदर दुबदा, असीं ये ब्रह्म की विचार कर ही नहीं सकते। असीं जे विचार करांगे भी आपदी मत द्वारा, असीं फिर त्रै गुणां दे विच गुरबाणी नूं ला के त्रै गुणां दे विच अर्थ करांगे, मतलब कढांगे। इहो कारण है भी जदों जीव त्रै गुणां दे विच हुंदा, फिर वो जदों गुरबाणी नूं पढ़दा, वो पढ़दा उस तरह जिवें उन्हें संसार दीयां पुस्तकां पढ़ियां, संसार दीयां किताबां पढ़ियां। वो पढ़दा व्याकरण मुताबक, जिवें संसार की उन्हें पढ़ाई की व्याकरण दे विच, वो उस तरह गुरबाणी नूं लई गए। हुण जदों व्याकरण दोबारा पढ़ेगा, वो इन्हां अखरां 'च ही उलझ जाएगा। उन्हों नाम का भेद नहीं आएगा, सच का भेद नहीं आएगा, आपदे घर का भेद नहीं आएगा। वो अखरां दे विच ही उलझ जाएगा बई इनूं इत्थे आ अखर नूं किवें बोलना, इनूं किवें बोलना, इनूं किवें बोलना। वो इस तरह इन्हां अखरां 'च उलझ जाएगा, ते पर वो जीवन मुक्त नहीं होएगा। जिसनों महाराज कहते पुस्तक पाठ, व्याकरण बखाने, संध्या करम त्रिकाल करे, बिन गुर शब्द मुक्त कहाँ प्राणी, राम नाम बिन उर्ज मरी। वो गुरबाणी नूं व्याकरण मुताबक पढ़दा होया वो समा बन ले, बई सवेरे बाणी पढ़नी है, दोपहरे आ बाणी पढ़नी है, शाम नूं आ पढ़नी है, रात नूं आ पढ़नी है। पर पढ़दा होया भी उहदा मन दुबदा च ही रहेगा। दुबदा की पढ़दा होया भी उहदा मन नहीं टिकेगा, मन होर पासे विचारां च भज्या फिरेगा दुबदा च। इस वास्ते फिर सच्चे पातशाह कहते वो जीवन मुक्त नहीं हो सकता। सगां ते आपदी मत द्वारा करते हुए उहदे अंदर होर हौमे, होर हंकार आ जाएगा। वो समझेगा बई मैं गुरमुख हाँ, मैं इन्नी बाणी पढ़दा। जिहड़ा नहीं पढ़दा वो मनमुख। ते सच्चे पातशाह कहते बई पढ़ते हुए भी उहदा मन टिकेगा नहीं, दुबदा नहीं छड्डी। इसलिए फिर आपां नूं समझाउंदे भी साडी जिहड़ी विचारधारा असीं समझदे हां बई जिहड़ा जीव गुरबाणी पढ़दा जां गुरु घर आउंदा वो गुरमुख है, जिहड़ा नहीं गुरद्वारे आउंदा जां नहीं बाणी पढ़दा वो मनमुख।
ਹੁਣ ਜਦੋਂ ਆਪਾਂ ਗੁਰਬਾਣੀ ਗੁਰੂ ਤੋਂ ਪੁੱਛਦੇ ਹਾਂ ਵੀ ਕੀ ਇਹ ਗੱਲ ਸਹੀ ਹੈ, ਵੀ ਇਸੇ ਤਰ੍ਹਾਂ ਹੀ ਵੀ ਜਿਹੜੇ ਗੁਰਦੁਆਰੇ ਆਉਂਦੇ ਉਹ ਸਾਰੇ ਗੁਰਮੁਖ ਨੇ, ਜਿਹੜੇ ਗੁਰਬਾਣੀ ਪੜ੍ਹਦੇ ਉਹੀਓ ਗੁਰਮੁਖ ਨੇ, ਜਿਹੜੇ ਨਹੀਂ ਪੜ੍ਹਦੇ ਉਹ ਮਨਮੁਖ। ਫਿਰ ਮਹਾਰਾਜ ਸਾਨੂੰ ਦੱਸਦੇ ਵੀ ਇਹਨੂੰ ਤਾਂ ਮਨਮੁਖ ਵੀ ਪੜ੍ਹਦੇ, ਗੁਰਬਾਣੀ ਨੂੰ ਮਨਮੁਖ ਵੀ ਪੜ੍ਹਦੇ, ਪਰ ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਦੇ ਪੜ੍ਹਦੇ ਹੋਏ ਵੀ ਮਨ ਨਹੀਂ ਟਿਕਦਾ। ਮਨਮੁਖਾਂ ਦੀ ਇਹ ਨਿਸ਼ਾਨੀ ਹੈ, ਬਾਣੀ ਪੜ੍ਹਨ ਕੇ ਪੜ੍ਹਦੇ ਵੀ ਮਨ ਨਹੀਂ ਟਿਕੇ। ਮਹਾਰਾਜ ਕਹਿੰਦੇ ਨਾਨਕ ਸੰਧਿਆ ਕਰੇ ਮਨਮੁਖੀ, ਜੀਉ ਨਾ ਟਿਕੇ ਮਰ ਜੰਮੇ ਹੋਏ ਖਵਾਰ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਮਨਮੁਖ ਵੀ ਸੰਧਿਆ ਕਰਦਾ, ਮਨਮੁਖ ਵੀ ਬਾਣੀ ਪੜ੍ਹਦਾ, ਪਰ ਉਹਦਾ ਜੀ ਮਨ ਨਹੀਂ ਟਿਕਦਾ, ਮਨ ਵਿਚਾਰਾਂ 'ਚ ਫੁਰਨੀਆਂ 'ਚ ਭੱਜਾ ਫਿਰਦਾ। ਇਸ ਕਰਕੇ ਉਹ ਮੁਕਤ ਨਹੀਂ ਹੁੰਦਾ ਤੇ ਦੁਬਾਰਾ ਫਿਰ ਵਾਪਸ ਜੂਨਾਂ 'ਚ ਚਲਾ ਜਾਂਦਾ। ਹੁਣ ਮਹਾਰਾਜ ਕਹਿੰਦੇ ਗੁਰਬਾਣੀ ਨੂੰ ਮਨਮੁਖ ਵੀ ਪੜ੍ਹਦਾ, ਪਰ ਉਹਨੂੰ ਪੜ੍ਹਨ ਦੀ ਜੁਗਤ ਹੀ ਨਹੀਂ ਆਉਂਦੀ, ਕਿਉਂਕਿ ਉਹਨੇ ਗੁਰੂ ਦੀ ਮੱਤ ਨਹੀਂ ਲਈ, ਉਹਨੇ ਸਤ ਸੰਗਤ ਨਹੀਂ ਕੀਤੀ, ਉਹ ਆਪਦੀ ਮੱਤ ਦੁਬਾਰਾ ਕਰ ਲਈ। ਉਹਨੇ ਸੰਗ ਨਹੀਂ ਕੀਤਾ ਗੁਰਮੁਖਾਂ ਦਾ, ਸੰਤ ਸਾਧੂ ਜਨਾਂ ਦਾ। ਇਸ ਕਰਕੇ ਫਿਰ ਜਦੋਂ ਪੜ੍ਹਦਾ, ਪੜ੍ਹਦੇ ਹੋਏ ਵੀ ਉਹਦਾ ਮਨ ਨਹੀਂ ਟਿਕੇਗਾ, ਉਹ ਗੁਰਬਾਣੀ ਨੂੰ ਵਿਚਾਰੇਗਾ ਨਹੀਂ, ਨਾਮ ਨੂੰ ਨਹੀਂ ਬੁੱਝੇਗਾ। ਜਿਸ ਨਾਮ ਦੀ ਮਹਿਮਾ ਗੁਰਬਾਣੀ ਗੁਰੂ ਹਰ ਇੱਕ ਸ਼ਬਦ 'ਚ ਕਰਦੇ ਨੇ, ਉਹ ਨਾਮ ਨੂੰ ਜਾਣਦਾ ਹੀ ਨਹੀਂ, ਨਾਮ ਨੂੰ ਬੁੱਝਦਾ ਹੀ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੜ੍ਹੇ ਮਨਮੁਖ ਪਰ ਵਿਦ ਨਹੀਂ ਜਾਨਾ, ਨਾਮ ਨਾ ਬੁੱਝੇ ਪਰਮ ਭੁਲਾਨਾ। ਵੀ ਪੜ੍ਹਦਾ ਤਾਂ ਮਨਮੁਖ ਵੀ, ਉਹਨੂੰ ਵਿਧੀ ਨਹੀਂ ਆਉਂਦੀ। ਉਹਨੂੰ ਪੁੱਛੋ ਵੀ ਤੇਰਾ ਮਨ ਟਿਕਦਾ, ਕਹਿੰਦਾ ਮਨ ਤਾਂ ਟਿਕਦਾ ਨਹੀਂ। ਫਿਰ ਇਹ ਵੀ ਨਹੀਂ ਸੋਚਦਾ ਵੀ ਮੇਰਾ ਮਨ ਕਿਉਂ ਨਹੀਂ ਟਿਕਦਾ, ਵੀ ਜੇ ਮੇਰਾ ਮਨ ਨਹੀਂ ਟਿਕਦਾ ਮੈਂ ਪੁੱਛ ਹੀ ਲਵਾਂ, ਮੈਂ ਸਤਸੰਗਤ ਕਰ ਲਾਂ, ਮੈਂ ਉਹਨਾਂ ਗੁਰਮੁਖਾਂ ਤੋਂ ਪੁੱਛ ਲਾਂ। ਪੁੱਛਦਾ ਮੈਨੂੰ, ਕਿਉਂਕਿ ਅੰਦਰ ਹਉਮੈ ਹੰਕਾਰ ਹੈ ਬਈ ਮੈਂ ਤਾਂ ਇੰਨੀ ਬਾਣੀ ਪੜ੍ਹਦਾ। ਉਹ ਸਮਝਦਾ ਹੈ ਵੀ ਜਿਹੜੇ ਗੁਰਮੁਖ ਵਾਹਿਗੁਰੂ ਵਾਹਿਗੁਰੂ ਕਰਦੇ ਵੀ ਇਹਨਾਂ ਨੂੰ ਕੀ ਪਤਾ, ਇਹ ਤਾਂ ਅਨਪੜ੍ਹ ਨੇ, ਇਹਨਾਂ ਤੋਂ ਵੱਧ ਤਾਂ ਮੈਂ ਜਾਣਦਾ। ਉਹਦੇ ਅੰਦਰ ਹਉਮੈ ਹੰਕਾਰ ਹੈ, ਇਸ ਕਰਕੇ ਉਹ ਪੁੱਛਦਾ ਮੈਨੂੰ। ਤਾਂ ਫਿਰ ਮਹਾਰਾਜ ਕਹਿੰਦੇ ਵੀ ਪੜ੍ਹਦਾ ਮਨਮੁਖ ਵੀ, ਪਰ ਉਹਨੂੰ ਪੜ੍ਹਨ ਦੀ ਵਿਧ ਨਹੀਂ ਆਉਂਦੀ, ਉਹਨੂੰ ਤਰੀਕਾ ਨਹੀਂ ਆਉਂਦਾ, ਉਹਨੂੰ ਜੁਗਤੀ ਨਹੀਂ ਆਉਂਦੀ। ਇਸ ਕਰਕੇ ਉਹਦਾ ਮਨ ਪੜ੍ਹਦੇ ਹੋਏ ਵੀ ਸ਼ੁੱਧ ਨਹੀਂ ਹੁੰਦਾ, ਪੜ੍ਹਦੇ ਹੋਏ ਵੀ ਧੋਤਾ ਨਹੀਂ ਜਾਂਦਾ। ਤਾਂ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਸ ਤਰ੍ਹਾਂ ਆਪਦੀ ਮੱਤ ਦੁਆਰਾ ਗੁਰਬਾਣੀ ਨੂੰ ਬੇਸ਼ੱਕ ਜੀਵ ਕਿੰਨਾ ਵੀ ਪੜ੍ਹੇ, ਜਦ ਤੱਕ ਉਹ ਦਬਦਾ ਨਹੀਂ ਛੱਡਦਾ, ਉਹਨਾਂ ਸਮਾਂ ਉਹਦਾ ਜਿਹੜਾ ਮਨ ਹੈ, ਮਨ ਧੋਤਾ ਨਹੀਂ ਜਾਂਦਾ, ਮਨ ਸ਼ੁੱਧ ਨਹੀਂ ਹੁੰਦਾ। ਬੇਸ਼ੱਕ ਮਹਾਰਾਜ ਕਹਿੰਦੇ ਉਹਨਾਂ ਗਿਆਨੀਆਂ ਤੋਂ ਪੁੱਛੋ ਜਿਨ੍ਹਾਂ ਨੂੰ ਇਹ ਸਾਰਾ ਬ੍ਰਹਮ ਦਾ ਗਿਆਨ ਹੈ। ਰਮਾਉਂਦੇ ਨੇ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸ਼ਰਨ ਆਏ, ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਸਤਿਗੁਰੂ ਕਹਿੰਦੇ ਮਨਮੁਖ ਜੀਵ ਥੱਕ ਗਏ, ਆਪਦੀ ਮੱਤ ਦੁਆਰਾ ਗੁਰਬਾਣੀ ਵੀ ਪੜ੍ਹੀ, ਆਪਦੀ ਮੱਤ ਦੁਆਰਾ ਸਿਮਰਨ ਵੀ ਬੜਾ ਕੀਤਾ, ਮਾਲਾ ਵੀ ਬੜੀ ਫੇਰੀ, ਪਰ ਮਨ ਦੀ ਜਿਹੜੀ ਮੈਲ ਸੀ ਉਹ ਮੈਲ ਨਾ ਉਤਰੀ। ਮਨ ਸੀ ਜਿਹੜਾ, ਉਹਦੇ ਅੰਦਰੋਂ ਇਹ ਦਬਦਾ ਵੈਰ ਵਿਰੋਧ ਗਿਆ ਹੀ ਨਹੀਂ। ਹੁਣ ਕਿਉਂ ਨਹੀਂ ਗਿਆ? ਕਿਉਂਕਿ ਉਹਨਾਂ ਨੇ ਸਾਧ ਸੰਗਤ ਨਹੀਂ ਕੀਤੀ, ਆਪਦੀ ਮੱਤ ਨਹੀਂ ਛੱਡੀ। ਇਸ ਵਾਸਤੇ ਫਿਰ ਆਪਾਂ ਸੰਸਾਰ 'ਚ ਦੇਖਦੇ ਹਾਂ ਜੀਵਾਂ ਦੀ ਇਹ ਹਾਲਤ, ਬਈ ਇੱਕ ਤਾਂ ਜੀਵ, ਚਲੋ ਜੇ ਸੰਸਾਰ ਦੇ ਹਿਸਾਬ ਨਾਲ ਚੱਲੀਏ ਵੀ ਜਿਵੇਂ ਉਹ ਕਹਿੰਦੇ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਗੁਰੂ ਘਰ ਆਉਂਦੇ, ਅਸੀਂ ਗੁਰਮੁਖ, ਜਿਹੜੇ ਨਹੀਂ ਆਉਂਦੇ ਉਹ ਮਨਮੁਖ। ਚਲੋ ਜਿਹੜੇ ਨਹੀਂ ਆਉਂਦੇ ਉਹ ਤਾਂ ਫਿਰ ਲੜਾਈਆਂ ਝਗੜੇ ਕਰਨ,
ਉਹਦਾ ਵੈਰ ਵਿਰੋਧ ਈਰਖਾ ਨਫ਼ਰਤ ਕਰਨ, ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ। ਹੁਣ ਇੱਕ ਜੀਵ ਗੁਰੂ ਘਰ ਵੀ ਆਉਂਦਾ, ਗੁਰਬਾਣੀ ਵੀ ਪੜ੍ਹਦਾ, ਉਹ ਵੀ ਵੈਰ ਵਿਰੋਧ ਕਰੇ, ਉਹ ਵੀ ਈਰਖਾ ਕਰੇ, ਉਹ ਵੀ ਨਫ਼ਰਤ ਕਰੇ, ਉਹ ਵੀ ਮੁਖ 'ਚੋਂ ਫਿੱਕਾ ਬੋਲੇ, ਉਹ ਵੀ ਮੁਖ ਦੇ ਵਿੱਚੋਂ ਦੁਗਧਾ ਦੇ ਵਚਨ ਸੁੱਟੇ, ਤੇ ਫਿਰ ਉਹਦੇ ਤੇ ਉਹਦੇ ਵਿੱਚ ਫਰਕ ਕੀ ਹੈ, ਅੰਤਰ ਕੀ ਹੈ? ਕੁਝ ਵੀ ਨਹੀਂ। ਇਸ ਵਾਸਤੇ ਫਿਰ ਸਤਿਗੁਰ ਸਾਨੂੰ ਸਮਝਾਉਂਦੇ ਬਈ ਜਦੋਂ ਇੱਦਾਂ ਦੀ ਜੀਵਾਂ ਦੀ ਹਾਲਤ ਹੋ ਜਾਏਗੀ ਬਈ ਉਹ ਗੁਰਬਾਣੀ ਗੁਰੂ ਨੂੰ ਮੰਨਣਗੇ ਨਹੀਂ, ਉਹ ਆਪਦੀ ਮੱਤ ਦੁਬਾਰਾ ਕਰਨਗੇ, ਜੋ ਗੁਰੂ ਸਾਹਿਬ ਕਹਿ ਰਹੇ ਉਵੇਂ ਨਹੀਂ ਕਰਨਗੇ। ਹੁਣ ਜਦੋਂ ਫਿਰ ਅਸੀਂ ਇਹਨਾਂ ਦਾ ਕਹਿਣਾ ਨਹੀਂ ਮੰਨਦੇ, ਫਿਰ ਸਾਨੂੰ ਕਹਿੰਦੇ ਵੀ ਸੱਚੇ ਸਤਿਗੁਰੂ ਨੂੰ ਕੋਈ ਦੋਸ਼ ਨਹੀਂ। ਫਿਰ ਸਤਿਗੁਰੂ ਵੀ ਕੀ ਕਰਨ ਜੇ ਸਿੱਖਾਂ ਨੇ ਕਹਿਣਾ ਤਾਂ ਮੰਨਣਾ ਨਹੀਂ। ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੀ ਚੂਕ, ਅੰਧੇ ਏਕ ਨ ਲੱਗੇ ਜਿਉਂ ਬਾਂਸ ਵਜਾਈਏ ਫੂਕ। ਫਿਰ ਸੱਚੇ ਸਤਿਗੁਰ ਨੂੰ ਕੋਈ ਦੋਸ਼ ਨਹੀਂ ਹੈ, ਦੋਸ਼ ਸਾਡਾ ਆਪਦਾ। ਵੀ ਜਿਵੇਂ ਬਾਂਸ ਅੰਦਰੋਂ ਖਾਲੀ, ਇੱਕ ਪਾਸੇ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ, ਅੰਦਰੋਂ ਖਾਲੀ ਦਾ ਖਾਲੀ ਰਿਹਾ। ਇਸੇ ਤਰ੍ਹਾਂ ਹੀ ਅਸੀਂ ਗੁਰਬਾਣੀ ਵੀ ਪੜ੍ਹੀ, ਸੁਣੀ, ਸੇਵਾ ਵੀ ਬਹੁਤ ਕੀਤੀ, ਪਰ ਜੋ ਗੁਰਬਾਣੀ ਗੁਰੂ ਕਹਿ ਰਹੇ ਸੀ ਉਹਨੂੰ ਅਸੀਂ ਹਿਰਦੇ 'ਚ ਵਸਾਇਆ ਨਹੀਂ, ਉਹਨੂੰ ਮੰਨਿਆ। ਇੱਕ ਪਾਸੇ ਸੁਣਿਆ, ਦੂਜੇ ਪਾਸੇ ਨਿਕਲ ਗਈ, ਤੇ ਅੰਦਰੋਂ ਫੇਰ ਉਹੀਓ ਖਾਲੀ ਦੇ ਖਾਲੀ ਰਹੇ, ਅੰਦਰ ਉਹੀਓ ਵੈਰ ਵਿਰੋਧ ਈਰਖਾ ਨਫ਼ਰਤ ਰਹੀ, ਅੰਦਰ ਹਉਮੈ ਹੰਕਾਰ ਰਿਹਾ ਉਵੇਂ। ਸੋ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹਦੇ ਵਿੱਚ ਸਤਿਗੁਰ ਦਾ ਕੋਈ ਦੋਸ਼ ਨਹੀਂ, ਫਿਰ ਦੋਸ਼ ਸਾਡਾ ਆਪਦਾ। ਜਦੋਂ ਅਸੀਂ ਸਤਿਗੁਰ ਦਾ ਕਹਿਣਾ ਨਹੀਂ ਮੰਨਦੇ, ਇਹਨਾਂ ਦਾ ਵਚਨ ਨਹੀਂ ਮੰਨਦੇ, ਫਿਰ ਸਾਡੇ ਅੰਦਰ ਬਦਲਾਅ ਨਹੀਂ ਆਉਂਦਾ, ਸਾਡਾ ਸੁਭਾਅ ਨਹੀਂ ਬਦਲਦਾ। ਜਿਵੇਂ ਸੰਸਾਰ 'ਚ ਤੁਸੀਂ ਦੇਖੋ, ਜੀਵ ਦਾ ਜਿਹੜਾ ਸੁਭਾਅ ਹੈ ਉਹ ਸੁਭਾਅ ਨਹੀਂ ਬਦਲਦਾ। ਸੁਭਾਅ ਜਿਹੜਾ ਬਦਲਣਾ ਸਾਡਾ ਉਹ ਸਿਮਰਨ ਕਰਕੇ, ਗੁਰੂ ਦੀ ਮੱਤ ਲੈ ਕੇ ਫਿਰ ਸੁਭਾਅ ਬਦਲਦਾ। ਜਿਹੜਾ ਜੀਵ ਗੁਰੂ ਦੀ ਮੱਤ ਦੁਆਰਾ ਨਹੀਂ ਚੱਲਦਾ, ਨਹੀਂ ਸਤਸੰਗਤ ਕਰਦਾ, ਨਹੀਂ ਸਿਮਰਨ ਕਰਦਾ, ਨਹੀਂ ਆਪਦੀ ਮੱਤ ਛੱਡਦਾ, ਉਹਦਾ ਸੁਭਾਅ ਕਦੇ ਬਦਲਦਾ ਨਹੀਂ ਹੈ। ਉਹਦਾ ਸੁਭਾਅ ਹੋਰ ਵਿਗੜਦਾ ਤਾਂ ਜਾਏਗਾ, ਉਹਨੂੰ ਗੁੱਸਾ ਹੋਰ ਚੜ੍ਹਨਾ ਸ਼ੁਰੂ ਹੋ ਜਾਏਗਾ, ਹੋਰ ਵੈਰ ਵਿਰੋਧ 'ਚ ਚਲਾ ਜਾਏਗਾ। ਜਿਉਂ ਜਿਉਂ ਉਮਰ ਵਧੇਗੀ ਤਿਉਂ-ਤਿਉਂ ਉਹਦਾ ਸੁਭਾਅ ਜਿਹੜਾ ਹੋਰ ਚਿੜਚਿੜਾ ਹੁੰਦਾ ਜਾਏਗਾ। ਉਹ ਆਪਾਂ ਦੇਖਦੇ ਸੰਸਾਰ 'ਚ ਆਮ ਜੀਵ ਕਹਿ ਦਿੰਦੇ ਵੀ ਜਦੋਂ ਜੀਵ ਬਜ਼ੁਰਗ ਹੋ ਜਾਂਦਾ ਉਹ ਬੱਚਿਆਂ ਵਰਗਾ ਹੋ ਜਾਂਦਾ ਜੀ, ਉਹ ਚਿੜਚਿੜਾ ਹੋ ਜਾਂਦਾ ਜੀ, ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਬੋਲਣਾ, ਆਪ ਮਹਾਰੇ ਬੋਲੀ ਜਾਂਦਾ। ਹੁਣ ਸੰਸਾਰ 'ਚ ਜੀਵ ਕਹਿੰਦੇ ਵੀ ਇਹ ਸਿਆਣਾ ਹੋ ਰਿਹਾ, ਇਹਦੀ ਉਮਰ ਵੱਧ ਰਹੀ ਹੈ, ਤੇ ਜੇ ਉਹਦਾ ਰਸਤਾ ਸਹੀ ਨਹੀਂ, ਉਹ ਸਿਆਣਾ ਨਹੀਂ ਹੋ ਰਿਹਾ, ਉਹ ਹੋਰ ਕਮਲਾ ਹੋ ਰਿਹਾ। ਉਹਦੇ ਜਿਹੜੇ ਰੋਗ ਨੇ ਉਹ ਰੋਗ ਹੋਰ ਵੱਧ ਰਹੇ ਨੇ, ਨਾ ਕਿ ਘਟ ਰਹੇ ਨੇ, ਉਹ ਹੋਰ ਵੱਧ ਰਹੇ ਨੇ। ਜਿਉਂ ਜਿਹਾ ਰੋਗ ਪੁਰਾਣੇ ਹੁੰਦੇ ਤੇ ਉਹਦੇ ਉਹ ਇੱਕ ਤੋਂ ਹੋਰ ਦੀ ਹੋਰ, ਅੱਗੇ ਦੀ ਅੱਗੇ ਹੋਰ ਰੋਗ ਲੱਗਣੇ ਸ਼ੁਰੂ ਹੋ ਜਾਂਦੇ, ਹੋਰ ਵੱਧਦੇ ਜਾਂਦੇ। ਘਟਣੇ ਤਾਂ ਨੇ ਜੇ ਸਾਡਾ ਰਸਤਾ ਠੀਕ ਹੈ। ਜੇ ਅਸੀਂ ਗੁਰੂ ਦੀ ਮੱਤ ਦੁਆਰਾ ਚੱਲਾਂਗੇ ਫਿਰ ਸਾਡੇ ਰੋਗ ਖਤਮ ਹੋ ਕੇ ਅਸੀਂ ਸਹਿਜ ਦੇ ਵਿੱਚ ਸਮਾ ਜਾਵਾਂਗੇ। ਜੇ ਸਾਡਾ ਰਸਤਾ ਠੀਕ ਨਹੀਂ ਫਿਰ ਸਾਡੇ ਰੋਗ ਹੋਰ ਦਿਨੋਂ ਦਿਨ ਅੱਗੇ ਦੀ ਅੱਗੇ ਵੱਧਦੇ ਹੀ ਜਾਣਗੇ, ਤੇ ਜਿਉਂ ਜਿਉਂ ਰੋਗ ਵਧਣਗੇ ਤੇ ਉਹਦੇ ਅਸੀਂ ਹੋਰ ਦੁਖੀ, ਹੋਰ ਅਸ਼ਾਂਤ ਹੁੰਦੇ ਜਾਵਾਂਗੇ। ਉਹ ਹੁਣ ਆਪਾਂ ਦੇਖਦੇ ਸੰਸਾਰ ਦੇ ਵਿੱਚ ਜੀਵ ਅੱਗੇ ਦੀ ਅੱਗੇ ਹੋਰ ਦੁਖੀ, ਹੋਰ ਅਸ਼ਾਂਤ ਹੁੰਦੇ ਜਾਂਦੇ।
ਉਹਦਾ ਕਾਰਨ ਇਹੀ ਆਪਾਂ ਨੂੰ ਗੁਰੂ ਨਾਨਕ ਦਾ ਘਰ ਦੱਸਦਾ ਹੈ ਕਿ ਉਹਨਾਂ ਨੇ ਸਤਸੰਗਤ ਨਹੀਂ ਕੀਤੀ, ਗੁਰੂ ਦੀ ਮੱਤ ਨਹੀਂ ਲਈ, ਤਾਂ ਕਰਕੇ ਉਹ ਦੁਖੀ ਨੇ, ਤਾਂ ਕਰਕੇ ਉਹਨਾਂ ਦੇ ਮਨਾਂ 'ਚ ਕਲੇਸ਼, ਤਾਂ ਕਰਕੇ ਉਹਨਾਂ ਦੇ ਪਰਿਵਾਰਾਂ 'ਚ ਕਲੇਸ਼, ਸਮਾਜ ਦੇ ਵਿੱਚ ਕਲੇਸ਼। ਹੁਣ ਇਹੋ ਕਾਰਨ ਹੈ ਵੀ ਜਦੋਂ ਕਲੇਸ਼ ਹੋਏਗਾ ਸਾਨੂੰ ਨਾ ਦਿਨੇ ਚੈਨ, ਨਾ ਸਾਨੂੰ ਰਾਤ ਨੂੰ ਚੈਨ। ਜਿਹੜੇ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਉਸੇ ਜੀਵ ਸੁਖੀ ਨਹੀਂ ਰਹਿ ਸਕਦਾ, ਉਸੇ ਉਹਦਾ ਮਨ ਹੀ ਨਹੀਂ ਲੱਗੇ, ਹਰ ਸਮੇਂ ਮਨ ਦੇ ਵਿੱਚ ਦੁਬਦਾ, ਉਹ ਵੈਰ ਵਿਰੋਧ ਉਹੀਓ ਵਿਚਾਰ ਚੱਲੀ ਜਾਣਗੇ। ਇਸੇ ਕਰਕੇ ਫਿਰ ਜੀਵਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਨਹੀਂ ਹੈ, ਤਾਂ ਕਰਕੇ ਸ਼ਾਂਤੀ ਨਹੀਂ ਹੈ। ਜੇ ਹੁਣ ਸਾਡੇ ਜੀਵਨ 'ਚ ਸਿਮਰਨ ਆ ਜੀ, ਸਤ ਸੰਗਤ ਆ ਜੀ, ਫਿਰ ਸਾਡੇ ਮਨ ਨੂੰ ਸ਼ਾਂਤੀ ਆ ਸਕਦੀ, ਅਸੀਂ ਸੁਖੀ ਹੋ ਸਕਦੇ। ਸੰਸਾਰ ਦੇ ਵਿੱਚ ਸਭ ਤੋਂ ਵੱਡੀ ਦੌਲਤ ਹੈ ਸਾਡੇ ਮਨ ਨੂੰ ਸ਼ਾਂਤੀ ਹੋਣੀ। ਜੇ ਸਾਡਾ ਮਨ ਸੁਖੀ ਹੈ ਤੇ ਸਮਝ ਲਓ ਆਪਾਂ ਪਾਤਸ਼ਾਹ ਦੇ ਪਾਤਸ਼ਾਹ, ਆਪਾਂ ਰਾਜੇ। ਜੇ ਸਾਡਾ ਮਨ ਹੀ ਦੁਖੀ ਹੈ, ਸਾਡਾ ਮਨ ਅਸ਼ਾਂਤ ਹੈ, ਤੇ ਸੰਸਾਰ ਦਾ ਰਾਜ ਭਾਗ ਵੀ ਉਹ ਸਾਡੇ ਕਿਸੇ ਕੰਮ ਦਾ, ਉਹ ਵਿਅਰਥ ਹੈ। ਜਿਸ ਚੀਜ਼ ਨੇ ਸਾਨੂੰ ਕੋਈ ਸੁੱਖ ਨਹੀਂ ਦੇਣਾ, ਸਾਡੇ ਮਨ ਨੂੰ ਸ਼ਾਂਤੀ ਨਹੀਂ, ਸਾਡਾ ਮਨ ਹੀ ਦੁਖੀ ਹੈ, ਉਹ ਧਨ ਦੌਲਤ ਸਾਡੇ ਕਿਸ ਕੰਮ ਦੀ? ਉਹ ਘਰ-ਬਾਰ, ਉਹ ਅਹੁਦੇ, ਉਹ ਸਾਡੀਆਂ ਵਡਿਆਈਆਂ ਸੰਸਾਰ ਦੀਆਂ, ਉਹ ਸਾਡੇ ਕਿਸ ਕੰਮ ਦੀਆਂ, ਜਿਹਨੇ ਸਾਨੂੰ ਸ਼ਾਂਤੀ ਤਾਂ ਦੇਣੀ ਨਹੀਂ। ਇਸ ਵਾਸਤੇ ਫਿਰ ਸੁੱਖ ਹੈ ਜਿਹੜਾ ਉਹ ਮਨ ਦਾ ਹੁੰਦਾ। ਗੁਰਮੁਖ ਨੇ ਜਿਹੜੇ, ਬੇਸ਼ੱਕ ਉਹਨਾਂ ਕੋਲ ਸੰਸਾਰੀ ਧਨ ਵੀ ਨਾ ਹੋਵੇ, ਸੰਸਾਰ ਦਾ ਕੋਈ ਅਹੁਦਾ ਨਾ ਹੋਵੇ, ਸੰਸਾਰ 'ਚ ਉਹਨਾਂ ਦੀ ਕੋਈ ਪੁੱਛ ਦੱਸ ਨਾ ਹੋਵੇ, ਕੋਈ ਉਹਨਾਂ ਨੂੰ ਪੁੱਛੇ ਨਹੀਂ, ਉਹ ਫਿਰ ਵੀ ਸੁਖੀ ਨੇ, ਉਹ ਫਿਰ ਵੀ ਆਨੰਦ ਅਵਸਥਾ 'ਚ। ਕਿਉਂਕਿ ਉਹਨਾਂ ਦੀ ਅਵਸਥਾ ਆਨੰਦ ਦੀ, ਉਹ ਕਿਤੋਂ ਬਾਹਰੋਂ ਨਹੀਂ ਆਉਂਦੀ, ਉਹਨਾਂ ਨੇ ਸੁੱਖ ਬਾਹਰੋਂ ਨਹੀਂ ਇਕੱਠਾ ਕੀਤਾ, ਉਹਨਾਂ ਨੇ ਅੰਦਰੋਂ ਸੁੱਖ ਪੈਦਾ ਕੀਤਾ, ਉਹ ਅੰਦਰੋਂ ਆਨੰਦ ਮਾਣਦੇ। ਇਹ ਸੰਸਾਰ ਦੇ ਜਿਹੜੇ ਸੁੱਖ ਦੁੱਖ, ਇਹ ਅਸੀਂ ਬਾਹਰੋਂ ਇਕੱਠੇ ਕੀਤੇ ਹੋਏ ਨੇ, ਇਹ ਅਸੀਂ ਬਾਹਰੋਂ ਲੈ ਕੇ ਆਉਣੇ। ਹੁਣ ਇਹ ਜਿਹੜਾ ਬਾਹਰੋਂ ਸੁੱਖ ਇਕੱਠਾ ਕੀਤਾ ਹੋਇਆ, ਇਹ ਕੁਝ ਸਮੇਂ ਵਾਸਤੇ ਮਿਥਿਆ ਹੋਈ, ਸਦਾ ਨਹੀਂ ਰਹਿਣਾ। ਇਸ ਕਰਕੇ ਸੰਸਾਰ ਦੀ ਸਭ ਤੋਂ ਵੱਡੀ ਖੁਸ਼ੀ ਉਹ ਵੀ ਦੁੱਖ 'ਚ ਬਦਲ ਜਾਂਦੀ। ਕਿੰਨਾ ਕੁ ਸਮਾਂ ਤੁਸੀਂ ਉਹ ਚੀਜ਼ ਦੀ ਖੁਸ਼ੀ ਮਨਾਓ, ਕਿੰਨਾ ਕੁ ਸਮਾਂ ਤੁਹਾਨੂੰ ਚਾਅ ਚੜ੍ਹਿਆ ਰਹੇਗਾ ਕਿਸੇ ਵੀ ਚੀਜ਼ ਦਾ, ਵੱਡੀ ਤੋਂ ਵੱਡੀ ਚੀਜ਼, ਉਹ ਵੀ ਅਸੀਂ ਦੁੱਖ 'ਚ ਤਬਦੀਲ ਕਰ ਲਾਂਗੇ, ਉਹਦੇ ਵਿੱਚ ਵੀ ਅਸੀਂ ਦੁਖੀ ਹੋ ਜਾਵਾਂਗੇ, ਕਿਉਂਕਿ ਉਹ ਕੁਝ ਸਮੇਂ ਵਾਸਤੇ, ਸਦਾ ਲਈ ਨਹੀਂ ਹੈ। ਇਸ ਵਾਸਤੇ ਗੁਰਮੁਖ ਉਹ ਕਿਸੇ ਵੀ ਅਵਸਥਾ ਸੰਸਾਰ 'ਚ ਹੋਣ, ਉਹ ਤਾਂ ਵੀ ਸੁਖੀ, ਤਾਂ ਵੀ ਆਨੰਦ ਅਵਸਥਾ 'ਚ ਨੇ, ਕਿਉਂਕਿ ਉਹਨਾਂ ਦਾ ਆਨੰਦ ਸੁੱਖ ਪਰਮਾਤਮਾ ਦੇ ਨਾਲ ਜੁੜੇ, ਉਹ ਮਾਲਕ ਕਰਕੇ ਸੁਖੀ ਨੇ। ਸੰਸਾਰੀ ਜੀਵ ਸੁੱਖ ਦੁੱਖ ਮਾਇਆ ਕਰਕੇ, ਮਾਇਆ ਆ ਗਈ, ਜ਼ਿਆਦਾ ਆ ਗਈ ਤੇ ਸੁਖੀ ਹੋ ਗਿਆ, ਮਾਇਆ ਚਲੀ ਗਈ ਤੇ ਦੁਖੀ ਹੋ ਗਿਆ, ਰੋਣ ਲੱਗ ਗਿਆ। ਸੰਸਾਰ ਦਾ ਕੋਈ ਅਹੁਦਾ ਮਿਲ ਗਿਆ ਤੇ ਖੁਸ਼ ਹੋ ਗਿਆ, ਅਹੁਦਾ ਚਲਿਆ ਗਿਆ ਤੇ ਦੁਖੀ ਹੋ ਗਏ। ਇਸ ਕਰਕੇ ਫਿਰ ਇਸ ਅਵਸਥਾ 'ਚ ਜਦੋਂ ਮਨ ਚੱਲਦਾ, ਉਦੋਂ ਫਿਰ ਮਹਾਰਾਜ ਕਹਿੰਦੇ ਵੀ ਮਿੱਟੀ ਦਾ ਪੁਤਲਾ, ਬਈ ਇਹ ਕਿਵੇਂ ਨੱਚਦਾ ਫਿਰਦਾ, ਕਿਵੇਂ ਇਹ ਗਰਭ ਕਰਦਾ, ਉਵੇਂ ਹੰਕਾਰ ਕਰਦਾ। ਜਦੋਂ ਤਾਂ ਕੁਛ ਪਾਉਂਦਾ ਉਦੋਂ ਗਰਭ ਕਰਦਾ, ਉਵੇਂ ਹੰਕਾਰ ਕਰਦਾ। ਜਦੋਂ ਉਹੀਓ ਚੀਜ਼ ਚਲੀ ਜਾਂਦੀ ਫਿਰ ਰੋਣ ਲੱਗ ਜਾਂਦਾ। ਮਾਰੇ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, देखे देखे सुने बोले दौड़ियो फिरत है, जब कि छिपावे तब गर्भ करत है, माया गई तब रोवन लगत है। मारे कहते मिट्टी का पुतला करता की फिर किवें भज्या फिरदा, किवें दौड़िया फिरदा। ਜਦੋਂ ਦਾ ਕੁਛ ਪਾਉਂਦਾ
कोई अहुदा मिलता, कोई धन मिलता, कहता मैं कितना सियाणा, मेरे वर्गा होर किहड़ा है, मैं आपदी सियाणत बना लेना, इकट्ठा कर ली। तो जदों उहिओ जांदा है फिर रोंदा है भी हाय मेरा सी काहतों चला गया। इस करके जिहड़े दुख सुख ये बाहरों आउंदे सदीवी नहीं, ये माया दे ने, कुछ समय वास्ते जिवें दरख्त की छां है, एक थां ते टिकी नहीं रहिंदी। इसे तरह ही ये संसार दे विच माया है, एक थां ते टिकदी नहीं है, ये सिर्फ कुछ समय वास्ते। ते आपां नूं सतगुरु समझाउंदे कि जे तुसीं सदा सुख भालदे, तुसीं सदीवी सुखी होना चाहुंदे, फिर तुसीं अंतरमुखी होवो, तुसीं गुरु की मत लवो, तुसीं परमात्मा की शरण दे विच आ जाओ। महाराज कहंदे जो सुख को चाहे सदा सरन राम की ले, कि जिहड़े जीव सदा सुख होने चाहुंदे, सदा सुख भालदे, परमात्मा की शरण च आ जाण, मालक की शरण दे विच सदा सुख है। उथे जिहड़ा सुख वो संसार के सुखां दे नालों उपर दा सुख है। संसार के सुख दुख थले रह जाते, वो साडे मन का सुख, साडे मन का आनंद है। इसलिए महाराज कहंदे संसार दे विच कहंदे तां जीव हैगे ने भी असीं आनंद विच हां जी, असीं सुखी हां। आपां किसी नूं पुछदे हां भी की हाल है, कहंदा जी आनंद है। हुण आनंद की उहनूं खबर कोई नहीं भी आनंद है कित्थे, किस नूं आनंद कहंदे। महाराज कहंदे आनंद है जिहड़ा वो साडे घर विच निज मिल थिर घर च आनंद है। इसलिए फरमाउंदे आनंद आनंद सब को कहे, आनंद गुरु ते जाने। भी कहंदे तां हैगे आनंद आनंद, पर असल आनंद गुरु तो पता लगे। गुरु जनाउंदा भी असल आनंद तुहाडे घर विच, तुसीं घरे बैठो ते आनंद लवो। जदों इधर आ तो इधर आनंद कित्थे, इधर कित्थे सुख। इस वास्ते संसार दे विच भरम है, इत्थे सुख नहीं है। इत्थे सिर्फ सानूं आसा रहिंदी, असीं भरम च जिउंदे कि असीं अज नहीं सुखी, कल नूं सुखी हो जांगे, अजे साडे दिन नहीं आए, साडे किते दिन आउणगे। मनमुख इदां ही कहंदा मेरे भी किते दिन आउणगे। वो समझदा भी मेरे कोल माया आ जाएगी तो मेरे दिन आ गई। हुण ये नहीं पता भी जिन्हां कोल माया हैगी उन्हां दे किहड़े दिन, उन्हां दे किहड़े सुख दिन आ गए, उन्हां दे किहड़े आनंदमई दिन ने, वो भी दुखी ने, वो भी चीकां मारदे। इस वास्ते महाराज कहंदे भी भले दिन, चंगे दिन साडे उदों आउंदे जदों सानूं सत संगत मिलदी है, जदों सानूं संतां दा, साधुआं दा, गुरसिखां दा संग हुंदा, उदों साडे भले दिन आउंदे, नहीं तो साडे कदे भले दिन आउंदे ही नहीं। इसलिए महाराज कहंदे जब ते दर्शन भेटे साधु भले दिन सोए आए। बई साडे दिन भले कदों आए, जदों सानूं साधु जनां दी भेट हुई, जदों उन्हां दा संग होया, साडे दिन ही बदल गए, साडे चंगे दिन आ गए, साडा समां चंगा आ गया। नहीं तो समां पहला माड़ा ही माड़ा, दुख ही दुख। जिन्हां पासे असीं भजदे हां सुख लैण वास्ते, सानूं पता लगदा जदों साधुआं दा संग हुंदा भी असीं दुखां पासे भजदे हां। अगिआनता दे विच भरम च असीं जिहनूं सुख समझ के जिहदे पिछे दौड़ रहे सी, असल च असीं दुख पिछे ही दौड़ रहे सी। वो तां करके फिर साडी जिहड़ी भज दौड़ बंद हो जाती, सानूं ज्ञान हो जाता, सानूं सोझी हो जाती, साडा मन सहज विच आ जाता। हुण ये गल बिल्कुल उल्टी लगदी, क्योंकि संसार दे विच किसी जीव नूं आखो भी तू दुखां खातर भज्या फिरदा, दुख इकट्ठे करदा फिरदा, वो मन्नेगा ही नहीं। वो कदों मनदा?
वो कहता भी मैं कोई पागल थोड़ी हाँ जिहड़ा मैं दुख इकट्ठे करदा फिरदा, दिन रात मैं लग्या होया, तुसीं किहने हो दुख इकट्ठे करदा। पर है वो अज्ञानता दे विच, उहनूं ज्ञान नहीं है, तां करके उहनूं पता नहीं भी जिहनूं मैं सुख समझ के जिहदे पिछे भज रहा वो मैं दुख इकट्ठे कर रही हाँ। इस वास्ते फिर जदों सानूं गुरमुखां दा संग हुंदा, सत्संगत मिलदी, फिर आपां नूं पता लगदा भी सुख साडे अंदर है, बाहर नहीं है, बाहर दुख है। असीं पहलां सुख लभदे हां बाहरों, तां असीं बाहर भजदे हां। जदों सानूं ज्ञान हो जांदा, सोझी आ जांदी, फिर असीं सुख अंदरों लभदे, फिर असीं अंदर देखदे हां भी साडे अंदर सुख कित्थे। फिर असीं आपदा घर लभदे हां, फिर वो घर की खोज करते हैं, फिर वो घर च वासा करते हैं, फिर पता लगता भी हुण आनंद है। जदों घर च चले गए, घर च वासा कर लिया, फिर पता लगे भी हाँ आ है सुख, आ है आनंद। भी पहलां तो असीं दुखां च ही जिउंदे सी, इसलिए फिर उहिओ सुख जदों असीं घर तो बाहर आउंदे हां, फिर उहिओ भालदे हां भी उहिओ सुख, उहिओ आनंद बनिया रहे जिहड़ा घर दे विच। फिर किसी नूं कहण दी लोड़ नहीं पैंदी भी सिमरन कर, फिर वो आपदे आप ही चलदा रहिंदा सिमरन। गुरमुख आप ही करते रहिंदे, उन्हां नूं पता है भी असीं बगाने देश बगाने घर आए हां, तां सुख मिलेगा जे सिमरन करांगे, जे गुरमंत्र नूं दृढ़ करांगे। ते जदों घर चले गए उत्थे सानूं सिमरन दी लोड़ नहीं। इसलिए महाराज फरमाउंदे घर सुख वसिया, बाहर सुख पाया, कहो नानक गुरमंत्र दृढ़ाया। आओ हुण किवें असीं गुरमंत्र नूं दृढ़ करना, जो महाराज जी आपां नूं सास ग्रंथ सिमरन दसदे। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਸ ਨੂੰ ਕਹਿੰਦੇ ਵਾਹਿਗੁਰੂ ਗੁਰਮੰਤਰ। ਜਿਉਂ-ਜਿਉਂ ਆਪਾਂ ਇਸ ਨੂੰ ਦ੍ਰਿੜ ਕਰਾਂਗੇ, ਸਾਡੇ ਵਿਚਾਰ ਫੁਰਨੇ ਰੁਕਦੇ ਜਾਣਗੇ। ਜਦੋਂ ਇਹ ਆਪਾਂ ਵਿਧੀ ਦੁਆਰਾ ਅਭਿਆਸ ਕਰਦੇ ਹਾਂ, ਸਾਸ ਗਿਰਾਸ ਆਪਣੀ ਆਵਾਜ਼ ਨੂੰ ਕੰਨਾਂ ਦੁਆਰਾ ਧਿਆਨ ਦੇ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡੇ ਵਿਚਾਰ ਫੁਰਨੇ ਰੁਕ ਜਾਂਦੇ, ਬੰਦ ਹੋ ਜਾਂਦੇ। ਜਦੋਂ ਸਾਡੇ ਵਿਚਾਰ ਰੁਕ ਗਏ, ਸਾਨੂੰ ਉਦੋਂ ਹੀ ਨੀਂਦ ਆ ਜਾਂਦੀ। ਸਾਡਾ ਮਨ ਹੈ ਜਿਹੜਾ ਸੁਣਨ 'ਚ ਚਲਾ ਜਾਏਗਾ, ਸੁਣਨ 'ਚ ਸਮਾ ਜਾਂਗੇ। ਹੁਣ ਜਿਹੜੇ ਜੀਵ ਕਹਿੰਦੇ ਵੀ ਸਾਨੂੰ ਨੀਂਦ ਨਹੀਂ ਆਉਂਦੀ, ਉਹ ਜੇ ਵਿਧੀ ਜੁਗਤੀ ਤਰੀਕਾ ਅਪਣਾਉਣ ਤੇ ਉਹਨਾਂ ਨੂੰ ਆਹ ਦਵਾਈਆਂ ਦੀ ਲੋੜ ਨਹੀਂ ਹੈ। ਉਹ ਸਿਮਰਨ ਕਰਨ ਤੇ ਉਹਨਾਂ ਦਾ ਮਨ ਸੁਣਨ 'ਚ ਚਲਾ ਜਾਏਗਾ, ਸਹਿਜ ਵਿੱਚ ਚਲਾ ਜਾਏਗਾ, ਤੇ ਦੋਵੇਂ ਹੀ ਲਾਹੇ, ਨਾਲੇ ਤਨ ਠੀਕ ਨਾਲੇ ਮਨ ਨੇ ਵੀ ਠੀਕ ਹੋ ਜਾਣਾ। ਇਸ ਵਾਸਤੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਜੋ ਇਹ ਜੀਵਾਂ ਦੀ ਹਾਲਤ ਦੇਖ ਕੇ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਜੀਵ ਇਹ ਸਿਮਰਨ ਨਹੀਂ ਕਰਨਗੇ, ਨਹੀਂ ਸਤਸੰਗਤ ਕਰਨਗੇ, ਨਹੀਂ ਗੁਰੂ ਦੀ ਮੱਤ ਲੈਣਗੇ, ਤੇ ਉਹਨਾਂ ਦੇ ਸੰਤੁਲਨ ਇੰਨੇ ਵਿਗੜ ਜਾਣੇ ਨੇ, ਗਾਂ ਦੀ ਗਾਂ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਨੂੰ ਨੀਂਦ ਆਉਣੀ ਵੀ ਬੰਦ ਹੋ ਜਾਣੀ, ਕਿਉਂਕਿ ਵਿਚਾਰ ਹੀ ਇੰਨੇ ਹਾਵੀ ਹੋ ਜਾਣੇ, ਦਿਨ ਰਾਤ ਵਿਚਾਰ ਹੀ ਉਹਨਾਂ ਦੇ ਅੰਦਰ ਚੱਲੀ ਜਾਣੀ। ਫਿਰ ਜਿਉਂ-ਜਿਉਂ ਵਿਗਿਆਨ ਤਰੱਕੀ ਕਰਦਾ, ਜੀਵ ਕੰਮ ਤੋਂ ਵਿਹਲੇ ਹੁੰਦੇ ਜਾਣ। ਜਦੋਂ ਉਹਨਾਂ ਨੂੰ ਕੰਮ ਨਹੀਂ ਮਿਲੇਗਾ, ਪਰਮਾਤਮਾ ਤੇ ਉਹਨਾਂ ਨੂੰ ਭਰੋਸਾ ਕੋਈ ਨਹੀਂ, ਕਿਉਂਕਿ ਉਹਨਾਂ ਨੇ ਸੰਗਤ ਨਹੀਂ ਕੀਤੀ। ਜੇ ਅਸੀਂ ਸੰਗਤ ਕਰੀਏ, ਸਾਨੂੰ ਪਰਮਾਤਮਾ ਤੇ ਭਰੋਸਾ ਹੁੰਦਾ ਹੈ ਕਿ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨੀ, ਉਹਨੇ ਸਾਨੂੰ ਰਿਜ਼ਕ ਵੀ ਦੇਣਾ। ਚਾਹੇ ਅਸੀਂ ਕੰਮ ਕਰੀਏ ਚਾਹੇ ਨਾ ਕਰੀਏ, ਫਿਰ ਵੀ ਉਹਨੇ ਸਾਨੂੰ ਦੇਣਾ ਹੀ ਦੇਣਾ। ਜੇ ਸੰਗਤ ਕਰਾਂਗੇ, ਗੁਰੂ ਦੀ ਮੱਤ ਲਈ ਹੋਏਗੀ, ਤੇ ਸਾਨੂੰ ਭਰੋਸਾ ਹੁੰਦਾ, ਪ੍ਰਤੀਤ ਹੁੰਦੀ ਹੈ। ਪਰ ਜਦੋਂ ਜੀਵ ਸੰਗਤ ਕਰਦਾ ਨਹੀਂ, ਉਹਨੂੰ ਪ੍ਰਤੀਤ ਹੀ ਨਹੀਂ, ਭਰੋਸਾ ਹੀ ਨਹੀਂ। ਜਦੋਂ ਭਰੋਸਾ ਨਹੀਂ, ਉਹਦੀ ਸੋਚ ਇੰਨੀ ਵੱਧ ਜਾਏਗੀ, ਇੰਨੇ ਵਿਚਾਰ ਚੱਲਣੇ ਸ਼ੁਰੂ ਹੋ ਜਾਣਗੇ ਦਿਨ ਰਾਤ, ਕਿਉਂਕਿ ਉਹ ਪਰਿਵਾਰ ਦੇ ਮੈਂਬਰ ਉਹ ਵੀ ਉਹਨੂੰ ਚਿੰਤਾ ਲਾ ਦੇਣਗੇ ਬਈ ਤੂੰ ਕੰਮ ਨਹੀਂ ਕਰੇਗਾ ਤੇ ਪਰਿਵਾਰ ਕਿਵੇਂ ਚੱਲੂ। ਉਹ ਗਾਂ ਦੀ ਗਾਂ ਇੰਨੀਆਂ ਚਿੰਤਾਵਾਂ, ਇੰਨੇ ਫਿਕਰ ਵੱਧ ਜਾਣਗੇ ਵੀ ਸਾਰਿਆਂ ਦਾ ਸੰਤੁਲਨ ਹੀ ਵਿਗੜ ਜਾਏਗਾ ਜੀਵਨ 'ਚ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ
ये आप भी सिमरन करिए, अपना अगे बच्चे परिवार उन्होंने भी ये ज्ञान दईए, सोझी दईए, क्योंकि अपना तो समा चलो जिदा का है लंघ चलिया, हम गां उन्हों का जोड़ा बच्चों का आने वाला समा अगला कला का युग उन्होंने विचार इदों भी ज़्यादा बढ़ जाने अपने नालों। जे उन्होंने ज्ञान ना लिया, ना सोझी लई, तो उन्हों का आने वाला भविख जोड़ा समा वो बहुता वधिया नहीं होएगा। वो दुखी हो जाएंगे, अशांत हो जाएंगे। तो जदों ज्ञान ना होया, ना उन्होंने माँ प्यो का सत्कार करना, उन्होंने घरों कढ़ देंगे। आप देखते ही संसार च जो हो रही ये ताइयों हो रहा, ताइयों माँ प्यो का सत्कार नहीं जीव करता, ताइयों उन्होंने घरों कढ़ देंगे, क्योंकि उन्होंने ज्ञान नहीं, सोझी नहीं है। जे जीव ने सत्संगत की होवे, सिमरन किया होवे, वो माँ प्यो नूं घरों कढ़ना तो दूर की गल, वो इदा सोचेगा भी नहीं, वो अंदर विचार भी नहीं आएगा, क्योंकि उन्होंने पता हुंदा, ज्ञान हुंदा भी ये मेरे गुरु ने माँ प्यो, बई जदों मैं छोटा सी इन्होंने मेरी पालना पोषणा की, हुण मेरा फर्ज बनता भी इन्हों की मैं देखभाल करा, इन्हों की सेवा करा, भी मैं किहड़ा आपदे पल्लियों खवाउणा है, भी मालक ने भेजिया होया उन्हों का ही तो देना उन्होंने। पर यह तां हुंदा जे सानूं ज्ञान होएगा, जे सोझी होएगी, जे नहीं ज्ञान फिर जीव कहंदा मैं करना। तो इस करके फिर उन्होंने चिंता फिक्र लग जाए, जदों असीं कहने मैं करदा फिर सानूं चिंता भी लगणगे, फिर सानूं फिक्र भी होणगे, फिर असीं बैर विरोध च भी जावांगे, फिर असीं ईरखा नफर च भी जावांगे। सो इस वास्ते फिर ये आपां वास्ते बहुत जरूरी है सत्संगत, गुरु की मच लैनी। तो वो वास्ते हुण आप वध तो वध सिमरन करना है, गुरबाणी गुरु नूं पढ़ के विचारना है, तो वध तो वध आप सत्संगत करनी है। ये जो सारा भेद गुरबाणी गुरु द्वारा पाउं दिता महांपुरखां ने, भाई साहब भाई सेवा सिंह जी धर्माला, बई जो साडे जीवन का मकसद मनोरथ है, जिस वास्ते सानूं ये मानस देही मिली, परमात्मा नूं मिलण वास्ते किवें मिलना आपां, वो आपां नूं गुरमुखां ने बड़ा सौखा करके समझाया। इस वास्ते आपां समझ के आप अपने जीवन का लाहा लेना, आप सुखी होना है। सो इन्नी बेनतियां इन्ने विचार करते हुए जे कोई ऐसा शब्द बोलिया गया होवे संगत ਅਤੇ सतगुरु बख्शण जोग ने बख्श लेना जी। वाहिगुरु जी का खालसा, वाहिगुरु जी की फतेह। वाहिगुरु 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 वाहिगुरु। वाहिगुरु जी का खालसा, वाहिगुरु जी की फतेह।